क्लास 10th बेटा अज आप चैप्टर करांगे 6 ट्रायंगल्स। ठीक आ। ये साढ़े को पहला कॉन्सैप्ट आ सिमिलर फिगर्स। कहता ऑल दी कॉन्ग्रेंट फिगर्स आर सिमिलर बट द सिमिलर फिगर्स आर नॉट कॉन्ग्रेंट। आपां नूं कॉन्ग्रेंट का कॉन्सैप्ट पता आ। कॉन्ग्रेंट की हुंदा आ ਜਦੋਂ ਆਪਣੇ ਕੋਲ ਦੋ ਚੀਜ਼ਾਂ ਦਾ ਸੇਮ ਸ਼ੇਪ ਸੇਮ ਸਾਈਜ਼ ਹੋਵੇ। ਠੀਕ ਆ, ਉਦੋਂ ਆਪਾਂ ਕੀ ਬੋਲਦੇ ਆ ਕੌਨਗਰੈਂਟ। ਹੁਣ ਸਿਮਿਲਰ ਦੀ ਆਪਣੇ ਕੋਲ ਡੈਫੀਨੇਸ਼ਨ ਆ, ਕਹਿੰਦਾ ਟੂ ਪੋਲੀਗਨਸ ਆਫ ਦੀ ਸੇਮ ਨੰਬਰ ਆਫ ਸਾਈਡਸ ਆਰ ਸਿਮਿਲਰ। ਕਹਿੰਦਾ ਜੇਕਰ ਅਸੀਂ ਦੋ ਪੋਲੀਗਨਸ ਦੀ ਗੱਲ ਕਰੀਏ, ਉਹਨਾਂ ਦੀਆਂ ਸਾਈਡਾਂ ਸੇਮ ਹੋਣ, ਸੇਮ ਨੰਬਰ ਆਫ ਸਾਈਡਸ, ਉਹ ਸਿਮਿਲਰ ਕਦੋਂ ਹੋਣਗੀਆਂ? ਫਸਟ ਆ ਦੇਅਰ ਕੋਰਸਪੋਂਡਿੰਗ ਐਂਗਲਸ ਆਰ ਇਕੁਅਲ। ਦੋਨਾਂ ਦੇ ਜਿਹੜੇ ਕੋਰਸਪੋਂਡਿੰਗ ਐਂਗਲ ਆ ਪੋਲੀਗਨਸ ਦੇ ਉਹ ਕੀ ਹੋਣਗੇ? ਇਕੁਅਲ। ਅਤੇ ਦੇਅਰ ਕੋਰਸਪੋਂਡਿੰਗ ਸਾਈਡਸ ਆਰ ਇਨ ਦੀ ਸੇਮ ਰੇਸ਼ੋ। ਅਤੇ ਜਿਹੜੀਆਂ ਉਹਨਾਂ ਦੀਆਂ ਕੋਰਸਪੋਂਡਿੰਗ ਸਾਈਡਸ ਆ ਉਹਨਾਂ ਦੀ ਜਿਹੜੀ ਰੇਸ਼ੋ ਆ ਉਹ ਕੀ ਹੋਏਗੀ? ਸੇਮ। ਫੋਰ ਐਗਜ਼ਾਮਪਲ ਵੇਖੋ, ਮੰਨ ਲਓ ਮੇਰੇ ਕੋਲ ਆ ਸਕੇਅਰ ਆ, ਆਹ ਫਿਗਰ ਆ ਅਤੇ ਦੂਜੀ ਫਿਗਰ ਇਹ ਆ। ਠੀਕ ਆ, ਏ ਬੀ ਸੀ ਅਤੇ ਡੀ, ਈ ਐਫ ਜੀ ਅਤੇ ਐਚ। ਮੰਨ ਲਓ ਆਹ ਐਂਗਲ 90 ਡਿਗਰੀ ਦਾ, ਆ ਵੀ ਐਂਗਲ 90 ਦਾ, ਕੋਰਸਪੋਂਡਿੰਗ ਐਂਗਲ ਸੇਮ। ਅਤੇ ਜਿਹੜੀਆਂ ਸਾਈਡਾਂ ਆ, ਮੰਨ ਲਓ ਆਹ ਸਾਈਡ ਆ 2, ਆਹ ਕਿਹਦੀ ਆ 4 ਸੈਂਟੀਮੀਟਰ, ਆਹ ਆ 3, ਆਹ ਕਿਹਦੀ ਆ 6। ਸਾਈਡਾਂ ਦੀ ਰੇਸ਼ੋ ਸੇਮ ਆ, 2 2s are 4, 3 2s are 6। ਠੀਕ ਆ, ਸੇਮ ਐਂਗਲ ਹੋਵੇ ਅਤੇ ਕੋਰਸਪੋਂਡਿੰਗ ਸਾਈਡ ਜਿਹੜੀਆਂ ਆ ਉਹਨਾਂ ਦੀ ਜਿਹੜੀ ਰੇਸ਼ੋ ਆ, ਕੋਰਸਪੋਂਡਿੰਗ ਸਾਈਡਸ ਆਰ ਇਨ ਦੀ ਸੇਮ ਰੇਸ਼ੋ। ਅਤੇ ਆਪਾਂ ਕੀ ਕਹਾਂਗੇ? ਦੀਜ਼ ਟੂ ਫਿਗਰਸ ਆਰ ਸਿਮਿਲਰ। ਇਹ ਵਾਲੀਆਂ ਦੋ ਫਿਗਰਸ ਕੀ ਆ? ਸਿਮਿਲਰ। ਠੀਕ ਆ। ਅੱਗੇ ਆ ਗਿਆ ਬੇਟਾ ਐਕਸਰਸਾਈਜ਼ ਫਿਲਿੰਗ ਦੀ ਬਲੈਂਕਸ ਆ। ਇਹ ਜਿਹੜੀਆਂ ਪੇਪਰ 'ਚ ਆ ਜਾਂਦੀ ਜੇ ਬੇਟਾ। ਕਹਿੰਦਾ ਆਲ ਦੀ ਸਰਕਲਸ ਆਰ, ਜਿੰਨੇ ਵੀ ਸਰਕਲ ਆ ਉਹ ਕੀ ਹੁੰਦੇ ਆ? ਸਿਮਿਲਰ। ਉਹ ਕੀ ਹੁੰਦੇ ਆ? ਸਿਮਿਲਰ। ਵੱਡੇ ਦੀ ਕੀ ਹੋ ਸਕਦੇ ਰੇਡੀਅਸ ਨਾਲ, ਪਰ ਹੁੰਦੇ ਤਾਂ ਗੋਲ ਹੀ ਆ। ਆਲ ਦੀ ਸਕੇਅਰਸ ਆਰ, ਉਹ ਵੀ ਕੀ ਹੋਣਗੇ? ਸਿਮਿਲਰ। ਸਕੇਅਰ ਦੀ ਸਾਈਡ ਵੱਡੀ ਦੀ ਕੀ ਹੋ ਸਕਦੀ ਆ? ਪਰ ਆਪਾਂ ਨੂੰ ਇਹ ਪਤਾ ਕਿ ਜਿਹੜਾ ਐਂਗਲ ਉਹ 90 ਡਿਗਰੀ ਦਾ ਹੋਊਗਾ ਅਤੇ ਜਿਹੜੀਆਂ ਸਾਈਡਾਂ ਆ ਉਹ ਕੀ ਹੋਣਗੀਆਂ? ਸੇਮ ਹੋਣਗੀਆਂ। ਆਲ ਡੈਸ਼ ਟਰਾਇੰਗਲਸ ਆਰ ਸਿਮਿਲਰ। ਕਿਹੜੀਆਂ ਟਰਾਇੰਗਲ ਸਿਮਿਲਰ ਹੋਣਗੀਆਂ? ਇਕੁਈਲੇਟਰਲ। ਆਲ ਦੀ ਇਕੁਈਲੇਟਰਲ ਟਰਾਇੰਗਲਸ ਆਰ ਸਿਮਿਲਰ। ਟੂ ਪੋਲੀਗਨਸ ਆਫ ਦੀ ਸੇਮ ਨੰਬਰ ਆਫ ਸਾਈਡਸ ਆਰ ਸਿਮਿਲਰ। ਕਹਿੰਦਾ ਦੋ ਪੋਲੀਗਨ ਜੇਕਰ ਉਹਨਾਂ ਦੀਆਂ ਸਾਈਡਾਂ ਨੰਬਰ ਆਫ ਸਾਈਡਸ ਸੇਮ ਹੋਣ, ਦੇਅਰ ਕੋਰਸਪੋਂਡਿੰਗ ਐਂਗਲਸ ਆਰ ਇਕੁਅਲ। ਹੁਣੇ ਕੀਤਾ ਨਾ। ਐਂਡ ਦੇਅਰ ਕੋਰਸਪੋਂਡਿੰਗ ਸਾਈਡਸ ਆਰ ਪ੍ਰਪੋਰਸ਼ਨਲ। ਠੀਕ ਆ। ਇਹ ਹੋ ਗਈ ਫਿਲਹਾਲ ਦੋ ਐਗਜ਼ਾਮਪਲਾਂ ਦੋ ਸਿਮਿਲਰ ਫਿਗਰਸ ਦੀਆਂ ਅਤੇ ਨੋਨ ਸਿਮਿਲਰ। ਸਿਮਿਲਰ ਫਿਗਰ ਦੀ ਤੁਹਾਨੂੰ ਐਗਜ਼ਾਮਪਲ ਇੱਕ ਇਹ ਦੇਤੀ ਆ, ਇੱਕ ਸਰਕਲ ਦੇ ਰੇਡੀਅਸ ਨੂੰ ਲੈ ਕੇ ਲਿਖ ਲਓ, ਅਤੇ ਦੋ ਉਹ ਬਣਾਓ ਜਿਹੜੀਆਂ ਨੋਨ ਸਿਮਿਲਰ ਹੋਣ। ਠੀਕ ਆ। ਕਹਿੰਦਾ ਦੱਸੋ ਆ ਜਿਹੜੇ ਪੋਲੀਗਨ ਆ ਇਹ ਸਿਮਿਲਰ ਆ ਕਿ ਨਹੀਂ? ਨਹੀਂ। ਕਿਉਂ? ਕਿਉਂਕਿ ਆ ਕੀ ਆ? ਪੈਰਲੇਲੋਗ੍ਰਾਮ ਆ। ਇਹ ਕੀ ਆ? ਸਕੇਅਰ ਆ। ਸੌਰੀ, ਦਿਸ ਇਜ਼ ਰੋਬਸ, ਦਿਸ ਇਜ਼ ਸਕੇਅਰ। ਕਿਉਂ? ਕਿਉਂਕਿ ਸਾਈਡਾਂ ਤੇ ਪ੍ਰਪੋਰਸ਼ਨਲ ਦੇ ਵਿੱਚ ਹੈਗੀਆਂ ਆ, ਪਰ ਜਿਹੜੇ ਐਂਗਲ ਆ ਉਹ ਸੇਮ ਨਹੀਂ ਆ। ਕਲੀਅਰ। ਅੱਗੇ ਆ ਗਿਆ ਆਰਟੀਕਲ ਸਿਮਿਲੈਰਿਟੀ ਆਫ ਟਰਾਇੰਗਲਸ। ਕਹਿੰਦਾ ਟੂ ਟਰਾਇੰਗਲਸ ਆਰ ਸਿਮਿਲਰ ਕਦੋਂ? ਜਦੋਂ ਦੇਅਰ ਕੋਰਸਪੋਂਡਿੰਗ ਐਂਗਲ ਇਕੁਅਲ ਹੋਣ ਅਤੇ ਕੋਰਸਪੋਂਡਿੰਗ ਸਾਈਡਸ ਇਨ ਦੀ ਸੇਮ ਰੇਸ਼ੋ। ਠੀਕ ਆ। ਜਾਂ ਉਹਨੇ ਕਿਹਾ ਦੀ ਰੇਸ਼ੋ ਆਫ ਐਨੀ ਟੂ ਕੋਰਸਪੋਂਡਿੰਗ ਸਾਈਡਸ ਇਨ ਟੂ ਇਕੁਈਲੇਟਰਲ ਟਰਾਇੰਗਲ ਇਜ਼ ਆਲਵੇਜ਼ ਸੇਮ। ਕਹਿੰਦਾ ਜੇਕਰ ਤੋਂ ਆਪਾਂ ਇਕੁਈਲੇਟਰਲ ਟਰਾਇੰਗਲਸ ਲਈਏ, ਠੀਕ ਆ, ਅਤੇ ਉਹਨਾਂ ਦੀਆਂ ਜਿਹੜੀਆਂ ਕੋਰਸਪੋਂਡਿੰਗ ਸਾਈਡਸ ਆ ਉਹਦੀ ਰੇਸ਼ੋ ਕੀ ਹੁੰਦੀ ਆ? ਸੇਮ। ਠੀਕ ਆ ਜੀ। ਹੁਣ ਅੱਗੇ ਆਪਾਂ ਕਰਾਂਗੇ ਥੇਲਸ ਥਿਊਰਮ ਜਾਂ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ। ਬੇਟਾ ਇਹਦਾ ਜਿਹੜਾ ਪ੍ਰੂਫ ਆ ਨਾ ਉਹ ਇਸ ਵਾਰ ਸਿਲੇਬਸ ਦੇ ਵਿੱਚ ਨਹੀਂ ਹੈਗਾ। ਅੱਗੇ ਉਹਦਾ ਹੁੰਦਾ ਸੀ ਸਟੇਟ ਐਂਡ ਪ੍ਰੂਫ। ਇਸ ਵਾਰ ਸਿਰਫ ਅਸੀਂ ਇਹਦੀ ਸਟੇਟਮੈਂਟ ਕਰਾਂਗੇ ਅਤੇ ਸਮ ਕਰਾਂਗੇ।
ठीक है। ਇਹਦਾ ਜਿਹੜਾ ਪ੍ਰੂਫ ਆ ਉਹ ਨਹੀਂ ਕਰਨਾ ਆਪਾਂ, ਪੇਪਰ 'ਚ ਨਹੀਂ ਆਉਣਾ। ਸਟੇਟਮੈਂਟ ਕੀ ਆ, ਕਹਿੰਦਾ ਇਫ ਏ ਲਾਈਨ ਇਜ਼ ਡਰਾਨ ਪੈਰਲਲ ਟੂ ਵਨ ਸਾਈਡ ਆਫ ਏ ਟਰਾਈਐਂਗਲ to intersect the other two sides in distinct points, the other two sides are divided in the same ratio। ਵੇਖੋ ਕਿੱਦਾਂ, ਮੰਨ ਲਓ ਇੱਕ ਟਰਾਈਐਂਗਲ ਆ, ਟਰਾਈਐਂਗਲ ਕਿਹੜੀ ਆ, ਸੌਰੀ ਮੰਨ ਲਓ ਇੱਕ ਟਰਾਈਐਂਗਲ ਆ, ਟਰਾਈਐਂਗਲ ਕਿਹੜੀ ਆ, ABC। ਇਫ ਏ ਲਾਈਨ ਇਜ਼ ਡਰਾਨ ਪੈਰਲਲ ਟੂ ਵਨ ਸਾਈਡ ਆਫ ਏ ਟਰਾਈਐਂਗਲ, ਮੰਨ ਲਓ ਮੈਂ ਇੱਕ ਲਾਈਨ ਡਰਾ ਕੀਤੀ, ਆਹ ਟਰਾਈਐਂਗਲ ਦੀ ਸਾਈਡ ਆ ਨਾ BC, ਇਹਦੇ ਪੈਰਲਲ D ਇੰਟਰਸੈਕਟ ਦੀ ਅਦਰ ਟੂ ਸਾਈਡਸ ਐਟ ਡਿਸਟਿੰਕਟ ਪੁਆਇੰਟਸ, ਵੱਖਰੇ ਵੱਖਰੇ ਪੁਆਇੰਟਾਂ 'ਤੇ AB ਤੋਂ D ਤੇ AC ਤੋਂ E ਤੇ ਇਹਦੇ ਕੱਟ ਕਰ ਦਿੱਤਾ। ਦੀ ਅਦਰ ਟੂ ਸਾਈਡਸ ਆਰ ਡਿਵਾਈਡਡ ਇਨ ਦੀ ਸੇਮ ਰੇਸ਼ੋ। ਗਿਵਨ ਕੀ ਆ ਸਾਡੇ ਕੋਲ, ਗਿਵਨ ਟਰਾਈਐਂਗਲ ਆ, ਇੱਕ ਲਾਈਨ ਪੈਰਲਲ ਆ ਇਹਦੇ, ਆਪਾਂ ਪ੍ਰੂਫ ਕਰਨਾ ਆ, ਟੂ ਪ੍ਰੂਵ ਇਹ ਟਰਾਈਐਂਗਲ ਕੀ ਆ, ਕਹਿੰਦਾ AD ਓਵਰ DB ਕਿਹਦੇ ਇਕੁਅਲ ਹੋਊਗਾ, AE ਓਵਰ EC। ਜਦੋਂ ਸਾਡੇ ਕੋਲ ਇਹਨੂੰ ਬੋਲਦੇ ਆ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ, ਕਿੱਦਾਂ ਇਫ ਏ ਲਾਈਨ ਇਜ਼ ਡਰਾਨ, ਜੇਕਰ ਆ ਲਾਈਨ ਡਰਾ ਕਰਾਂ ਟਰਾਈਐਂਗਲ ਦੀ ਇੱਕ ਸਾਈਡ 'ਤੇ ਪੈਰਲਲ, ਅਤੇ ਜਿਹੜੀ ਲਾਈਨ ਡਰਾ ਕੀਤੀ ਉਹ ਦੂਜੀਆਂ ਦੋਵਾਂ ਸਾਈਡਾਂ ਨੂੰ ਦੋ ਵੱਖਰੇ ਵੱਖਰੇ ਪੁਆਇੰਟਾਂ 'ਤੇ ਟੱਚ ਕਰੇ, ਅਤੇ ਦੀ ਅਦਰ ਜਿਹੜੀਆਂ ਦੋ ਸਾਈਡਾਂ ਆ ਉਹ ਸੇਮ ਰੇਸ਼ੋ ਦੇ ਵਿੱਚ ਡਿਵਾਈਡ ਹੋ ਜਾਣਗੀਆਂ। AD ਓਵਰ DB ਕਿਹਦੇ ਬਰਾਬਰ ਹੋਊਗਾ, AE ਓਵਰ EC ਦੇ। ਠੀਕ ਆ, ਹਾਂਜੀ ਇਹਦੀਆਂ ਐਗਜ਼ਾਮਪਲਾਂ ਕਰ ਲਿਓ ਚੰਗੇ ਤਰੀਕੇ ਨਾਲ ਸਾਰੀਆਂ ਹੀ ਤੁਸੀਂ। ਬੇਟਾ ਅੱਗੇ ਵੇਖੋ, ਅੱਗੇ ਸਾਡੇ ਕੋਲ ਕੀ ਆ ਰਿਹਾ, ਸਮ ਦੇਖ ਲਓ 6.2 ਦਾ ਫਸਟ ਸਮ, ਕਹਿੰਦਾ DE ਪੈਰਲਲ ਕਿਹਦੇ ਆ, BC, ਫਾਈਂਡ EC ਇਨ 1 ਐਂਡ AD ਇਨ 2। ਵੇਖੋ ਮੇਰੇ ਕੋਲ ਟਰਾਈਐਂਗਲ ਆ, ਫਸਟ ਸਮ ਵੇਖੋ ਦਿਸ ਵਨ, ABC ਇੱਕ ਟਰਾਈਐਂਗਲ ਆ, DE ਇਹਨੂੰ ਟੱਚ ਕੱਟ ਕਰਦੀ ਪਈ ਆ, ਅਤੇ AD ਕਿੰਨਾ ਆ 1.5, DB ਕਿੰਨਾ ਆ 3, AC ਕਿੰਨਾ ਆ 1, ਅਤੇ EC ਫਾਈਂਡ ਕਰਨਾ ਆ। ਕਿੰਨਾ ਆ AD 1.5, BD 3, AE 1 ਅਤੇ EC ਫਾਈਂਡ ਕਰਨਾ ਆ। ਠੀਕ ਆ, ਬਾਏ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ ਇੱਥੇ ਲਿਖਣਾ ਆ, ਪ੍ਰਪੋਰਸ਼ਨੈਲਿਟੀ ਥਿਊਰਮ AD ਓਵਰ DB ਕਿਹਦੇ ਬਰਾਬਰ ਆ ਗਿਆ, AE ਓਵਰ EC ਦੇ। AD ਕਿੱਦਾਂ ਆ 1.5 ਓਵਰ DB ਕਿੱਦਾਂ ਆ 3, AE ਕਿੱਦਾਂ ਆ 1 ਅਤੇ EC ਫਾਈਂਡ ਕਰੋ। ਕੀ ਆਊਗਾ 1.5 ਮਲਟੀਪਲਾਈ EC, 3 ਮਲਟੀਪਲਾਈ 1, EC ਕਿੱਦਾਂ ਆ ਗਿਆ ਜੀ 3 ਮਲਟੀਪਲਾਈ 1 ਓਵਰ 1.5। ਠੀਕ ਆ, ਜਦੋਂ ਇਹਨੂੰ ਅਸੀਂ ਡਿਵਾਈਡ ਕੀਤਾ ਅਤੇ ਸਾਡੇ ਕੋਲ ਆਂਸਰ ਕਿੱਦਾਂ ਆਇਆ, ਸਾਡੇ ਕੋਲ ਆਂਸਰ ਆਇਆ ਜੀ, ਇਹਨੂੰ 3 ਤੋਂ 1.5 ਦਾ ਡਿਵਾਈਡ ਕਰੋ ਅਤੇ ਕਿੱਦਾਂ ਆਊਗਾ 2। EC ਕਿੱਦਾਂ ਆ ਗਿਆ ਬੇਟਾ 2 ਸੈਂਟੀਮੀਟਰ। ਠੀਕ ਆ ਬੇਟਾ, ਜਿਹੜੀ ਐਕਸਰਸਾਈਜ਼ ਆ 6.2 ਅਤੇ 6 ਇਹਦੇ ਜਿੰਨੇ ਵੀ ਬਾਕੀ ਸਮ ਆ ਮੈਂ ਤੁਹਾਨੂੰ WhatsApp 'ਤੇ ਸੈਂਡ ਕਰ ਚੁੱਕੀ ਹਾਂ। ਠੀਕ ਆ, ਇਹਦੇ ਜਿਹੜੇ ਸਮ ਆ ਇਹ ਤੁਹਾਨੂੰ ਮੈਂ ਸਾਰੇ ਦੇ ਸਾਰੇ ਹੀ WhatsApp ਦੇ ਉੱਪਰ ਪਹਿਲਾਂ ਸੈਂਡ ਕਰ ਚੁੱਕੀ ਆ। ਸਾਰਿਆਂ ਦੇ ਉੱਤੇ ਸੇਮ ਹੀ ਥਿਊਰਮ ਲੱਗਣੀ ਆ ਐਜ਼ ਇਟ ਇਜ਼, ਤੂੰ ਇੱਦਾਂ ਹੀ ਲਾਉਣਾ ਆ। ਕਲੀਅਰ, ਅਤੇ ਇਹਦੀ ਜੇ ਕੋਈ ਪ੍ਰੋਬਲਮ ਆਊਗੀ ਤਾਂ ਤੁਸੀਂ ਮੈਨੂੰ ਪੁੱਛ ਲਿਓ, ਸਕੂਲ ਵੀ ਪੁੱਛ ਸਕਦੇ ਆ ਅਤੇ ਇੱਥੋਂ ਵੀ ਪੁੱਛ ਸਕਦੇ ਆ। ਠੀਕ ਆ ਜੀ, ਹਾਂਜੀ ਅੱਗੇ ਵੇਖ ਲਓ ਇੱਕ ਸਮ ਜੇ ਤੁਸੀਂ ਕਹਿੰਦੇ ਜੇ ਤਾਂ ਮੈਂ ਕਰਵਾ ਦਿੰਦੀ ਹਾਂ। ਵੇਖੋ ਥਰਡ ਸਮ ਦੇਖ ਲਓ, ਕਿੰਨਾ LM ਪੈਰਲਲ ਟੂ CB ਅਤੇ LN ਪੈਰਲਲ ਟੂ CD। LM ਕਿਹਦੇ ਪੈਰਲਲ ਆ CB ਦੇ, ਅਤੇ LN ਕਿਹਦੇ ਪੈਰਲਲ ਆ CD ਦੇ। ਵੇਖੋ ਡਾਇਗਰਾਮ ਬਣਾਓ। ਥਰਡ ਸਮ ਵੇਖੋ ਕੀ ਕਹਿ ਰਿਹਾ, ਥਰਡ ਸਮ ਇਹਦਾ ਇੱਕ ਸਮ ਵੇਖ ਲਓ ਥਰਡ, ਬਾਕੀ ਇਹਦੇ ਆਲਰੇਡੀ ਮੈਂ ਤੁਹਾਨੂੰ ਸਮ ਬੇਟਾ ਕਰਵਾ ਚੁੱਕੀ ਹਾਂ। ਆਹ ਸਾਡੇ ਕੋਲ ਆ ਦਿਸ ਵਨ A B C D। ਆਹ ਇੱਕ ਲਾਈਨ ਪੈਰਲਲ ਆ LM
ਤੇ NL। ਕਹਿੰਦਾ ਜਿਹੜੀ ਲਾਈਨ ਬੇਟਾ LMI BC ਦੇ ਪੈਰਲਲ ਆ, NL ਕਿਹਦੇ ਪੈਰਲਲ ਆ, CD ਦੇ। ਪ੍ਰੂਵ ਕਰਨਾ ਆ AM ਓਵਰ AB ਕਿਹਦੇ ਇਕੁਅਲ ਆ, AN ਓਵਰ AD। ਪਹਿਲਾ ਟਰਾਇੰਗਲ ਲੈ ਕੇ ਚੱਲੋ ABC। ML ਕਿਹਦੇ ਪੈਰਲਲ ਆ, BC ਦੇ। ਬੇਸਿਕ ਪ੍ਰਪੋਰਸ਼ਨੈਲਿਟੀ ਲੱਗ ਜੂਗੀ। ਸੋ AM ਓਵਰ MB ਕਿਹਦੇ ਬਰਾਬਰ ਆਊਗਾ, AL ਓਵਰ LC। ਵੇਖੋ ਆਹ ਟਰਾਇੰਗਲ ਲੈ ਕੇ ਚੱਲੀ ABC। ਲਾਈਨ LM ਪੈਰਲਲ ਆ BC ਦੇ। ਬੇਸਿਕ ਪ੍ਰਪੋਰਸ਼ਨੈਲਿਟੀ ਕੀ ਕਹੂਗੀ, AM ਓਵਰ MB ਕਿਹਦੇ ਬਰਾਬਰ ਆਇਆ, AL ਓਵਰ LC ਦੇ। ਠੀਕ ਆ, ਇੱਥੇ ਬ੍ਰੈਕਟ ਵਿੱਚ ਲਿਖਣਾ ਹੈ ਬਾਏ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ। ਠੀਕ ਆ, ਇਹਦਾ ਨੰਬਰ ਪਾ ਲਓ 1, ਇਹਦਾ ਨੰਬਰ ਕਿੱਦਾਂ ਪਾ ਲਓ 1। ਅੱਗੇ ਆ ਲਓ ਆਲਸੋ ਟਰਾਇੰਗਲ ACD। ਇਹ 'ਚ ਕੀ ਆਊਗਾ, AN ਓਵਰ ND ਇਕੁਅਲ ਟੂ AL ਓਵਰ LC। ਇਹਦਾ ਨੰਬਰ ਕਿੱਦਾਂ ਪਾ ਲਓ 2। ਇਹਦਾ ਨੰਬਰ ਕਿੱਦਾਂ ਪਾ ਲਓ ਜੀ 2। ਇਹਦਾ ਨੰਬਰ ਪਾ ਲਓ 2। ਅੱਗੇ ਆ ਗਿਆ ਸਾਡੇ ਕੋਲ ਫਰੋਮ 1 ਐਂਡ 2। ਆ ਵੀ AL ਓਵਰ LC ਦੇ ਬਰਾਬਰ ਆ ਤੇ ਆ ਵੀ AL ਓਵਰ LC ਦੇ ਬਰਾਬਰ ਆ। ਰਾਈਟ ਹੈਂਡ ਸਾਈਡ ਦੋਵਾਂ ਦੀ ਸੇਮ ਆ, ਇਸ ਕਰਕੇ ਲੈਫਟ ਹੈਂਡ ਸਾਈਡ ਵੀ ਦੋਵਾਂ ਦੀ ਕੀ ਆ ਜਾਊਗੀ, ਸੇਮ ਆ ਜਾਊਗੀ। AM ਓਵਰ MB ਇਹਦੇ ਬਰਾਬਰ ਆਇਆ AN ਓਵਰ ND। ਪ੍ਰੂਫ ਮੈਂ ਕੀ ਕਰਦਾ ਆ, ਪ੍ਰੂਵ ਕਰਦਾ ਆ ਵੀ AM ਓਵਰ MB, AM ਓਵਰ MB ਕਿਹਦੇ ਬਰਾਬਰ ਹੋਵੇ, AN ਓਵਰ MD ਦੀ, AN ਓਵਰ ND ਦੇ। ਪ੍ਰੂਵ ਕਰਦਾ ਆ AM ਓਵਰ AB, ਸਾਰੀ AB ਦੇ ਬਰਾਬਰ। ਠੀਕ ਆ, ਇਹਨੂੰ ਆਪਾਂ ਕਿਵੇਂ ਕਰਾਂਗੇ, ਇਹਦੇ ਵਿੱਚ ਇੱਥੇ ਇੱਕ ਸਟੈਪ ਯਾਦ ਰੱਖਣਾ, ਇਹਨੂੰ ਇੰਟਰਚੇਂਜ ਕਰ ਦਿਓ। ਇੱਥੇ MB ਓਵਰ AM ਇਹਦੇ ਬਰਾਬਰ ਆਇਆ ND ਓਵਰ AN। ਅੱਗੇ ਲਿਖਣਾ ਆ ਐਡਿੰਗ 1 ਔਨ ਬੋਥ ਸਾਈਡਸ, ਦੋਵਾਂ ਦੇ ਵਿੱਚ ਕੀ ਐਡ ਕਰਨਾ ਆ 1। ਠੀਕ ਆ, ਕੀ ਆਊਗਾ, AM ਥੱਲੇ ਲੈ ਆਓ, MB ਪਲੱਸ AM ਇਹਦੇ ਬਰਾਬਰ ਆਇਆ ND ਪਲੱਸ AN ਓਵਰ AN। MB ਪਲੱਸ AM ਸੌਰੀ ਕੀ ਆ, MB ਪਲੱਸ AM, MB ਪਲੱਸ AM AB ਦੇ ਬਰਾਬਰ ਆ ਗਿਆ AB ਓਵਰ AM। ND ਦਿਸ ਵਨ ਪਲੱਸ AN ਕਿਹਦੇ ਬਰਾਬਰ ਆ ਗਿਆ, AD ਦੇ, AD ਓਵਰ AN। ਇੰਟਰਚੇਂਜ ਕਰ ਦਿਓ ਇਹਨੂੰ, ਹੋਰ ਇੰਟਰਚੇਂਜ ਹੀ ਕੀ ਆਇਆ AM ਓਵਰ AB ਕਿਹਦੇ ਬਰਾਬਰ ਆਇਆ AN ਓਵਰ AD। ਜਦੋਂ ਰੈਸੀਪ੍ਰੋਕਲ ਦੋਵੇਂ ਪਾਸੇ ਕਰਤਾ ਤੇ ਕੋਈ ਫਰਕ ਨਹੀਂ ਪੈਣਾ। AM ਓਵਰ AB ਇਹਦਾ ਇਕੁਅਲ ਆਇਆ ਜੀ AN ਓਵਰ AD। ਇਹੋ ਚੀਜ਼ ਆਪਾਂ ਪ੍ਰੂਵ ਕਰਨੀ ਹੈ। ਠੀਕ ਆ ਬੇਟਾ, ਇਹ ਜਿਹੜੀ ਐਕਸਰਸਾਈਜ਼ ਆ ਇਹਦੇ ਸਾਰੇ ਸਭ ਤੁਹਾਨੂੰ ਮੈਂ ਆਲਰੇਡੀ ਕਰਵਾ ਚੁੱਕੀ ਹਾਂ, ਉਹਨਾਂ ਨੂੰ ਚੰਗੇ ਤਰੀਕੇ ਨਾਲ ਕਰ ਲਓ। ਠੀਕ ਆ, ਹਾਂਜੀ।